ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਸਟੂਡੀਓ ਤੋਂ ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਰਾਜੇਸ਼ਵਰ ਕੌਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਸਿੰਘਣੀਆਂ ਨੂੰ, ਉਹਨਾਂ ਬੀਬੀਆਂ ਨੂੰ, ਕੌਰਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਲਈ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਸੱਚ ਕਰ ਵਿਖਾਇਆ ਹੈ। ਇਹਨਾਂ ਦੀ ਉਮਰ ਜਵਾਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹੈ। ਇਸ ਪ੍ਰੋਗਰਾਮ ਰਾਹੀਂ ਅਸੀਂ ਪ੍ਰੇਰਨਾ ਉਹਨਾਂ ਬੀਬੀਆਂ ਨੂੰ ਦੇਣਾ ਚਾਹੁੰਦੇ ਹਾਂ ਜਿਹੜੀਆਂ ਪਸਤ ਹੋ ਕੇ ਬੈਠੀਆਂ ਨੇ, ਜਿਹੜੀਆਂ ਇਹ ਸੋਚਦੀਆਂ ਨੇ ਕਿ ਨਹੀਂ, ਇਹ ਕਾਰਜ ਮੈਂ ਨਹੀਂ ਕਰ ਸਕੀ, ਹੁਣ ਸ਼ਾਇਦ ਮੇਰੇ ਬੱਚੇ ਕਰਨਗੇ। ਉਹ ਆਪਣੇ ਸੁਪਨੇ ਆਪਣੀ ਆਉਣ ਵਾਲੀ ਜਨਰੇਸ਼ਨ 'ਚ ਦੇਖਦੇ ਨੇ, ਪਰ ਜੀਵਨ ਵਡਮੁੱਲੀ ਦਾਤ ਹੈ। ਸਤਿਗੁਰੂ ਨੇ ਸਾਨੂੰ ਇਹ ਅਨਮੋਲ ਬਖਸ਼ਿਸ਼ ਸਾਡੀ ਝੋਲੀ ਵਿੱਚ ਖੈਰ ਪਾਈ ਹੈ ਕਿ ਅਸੀਂ ਮਨੁੱਖੀ ਜਾਮੇ ਵਿੱਚ ਆਏ ਹਾਂ ਤੇ ਜੇ ਇਨਸਾਨੀ ਜਾਮੇ ਵਿੱਚ ਆ ਕੇ ਵੀ ਅਸੀਂ ਕੁਝ ਕਰ ਨਾ ਸਕੇ ਤੇ ਕੀ ਮੁੱਖ ਲੈ ਕੇ ਅਸੀਂ ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਾਂਗੇ। ਇਸ ਲਈ ਉਹਨਾਂ ਸਿੰਘਣੀਆਂ ਨਾਲ ਮੈਂ ਆਪਣੀਆਂ ਬੀਬੀਆਂ ਦਾ ਮਨ ਜਿਹੜਾ ਹੈ ਉਹ ਉਸ ਵਿੱਚ ਥੋੜਾ ਪਰਿਵਰਤਨ ਲਿਆਉਣਾ ਚਾਹੁੰਦੀ ਹਾਂ ਤਾਂ ਜੋ ਇਹਨਾਂ ਦੇ ਵਿਚਾਰਾਂ, ਇਹਨਾਂ ਦੇ ਖਿਆਲਾਂ ਰਾਹੀਂ ਆਪ ਜੀ ਨੂੰ ਕੁਝ ਸੇਧ ਮਿਲ ਸਕੇ। ਕਦੀ ਇਹ ਨਾ ਸੋਚੀਏ ਕਿ ਨਹੀਂ, ਮੈਂ ਇਹ ਕਾਰਜ ਨਹੀਂ ਕਰ ਸਕਦੀ। ਹਾਂ, ਇਹ ਮੇਰਾ ਕਦੀ ਇਹ ਸੁਪਨਾ ਸੀ ਪਰ ਮੈਂ ਇਸ ਨੂੰ ਨਹੀਂ ਪੂਰਾ ਕਰ ਸਕੀ ਕਿਉਂਕਿ ਮੇਰੇ ਹਾਲਾਤ ਐਸੇ ਨਹੀਂ ਸਨ, ਜਾਂ ਮੇਰੇ ਘਰ ਦਾ ਮਾਹੌਲ ਐਸਾ ਨਹੀਂ ਸੀ, ਜਾਂ ਮੇਰੇ ਜੀਵਨ ਸਾਥੀ ਨੇ ਮੇਰਾ ਸਾਥ ਨਹੀਂ ਦਿੱਤਾ। ਜਿੱਥੇ ਸਾਡੇ ਵੱਖ-ਵੱਖ ਰੂਪਾਂ ਵਿੱਚ ਅਸੀਂ ਆਪਣੇ ਕਿਰਦਾਰ ਨਿਭਾ ਰਹੇ ਹਾਂ, ਉੱਥੇ ਸਾਡਾ ਇੱਕ ਆਪਣਾ ਪਰਸਨਲ ਜੀਵਨ ਵੀ ਹੈਗਾ ਹੈ। ਇਸ ਲਈ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅਸੀਂ ਰੂਬਰੂ ਕਰਾਉਂਦੇ ਹਾਂ ਉਹਨਾਂ ਪੰਥ ਦੀਆਂ ਸਿੰਘਣੀਆਂ ਨਾਲ ਆਪ ਜੀ ਨੂੰ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵੀ ਜੋ ਕਰਨ ਦੀ ਖੁਆਹਿਸ਼ ਜਾਂ ਇੱਛਾ ਰੱਖਦੀਆਂ ਸੀ ਉਸ ਨੂੰ ਪੂਰਿਆਂ ਕੀਤਾ ਹੈ। ਅੱਜ ਸਾਡੇ ਸਟੂਡੀਓ ਵਿੱਚ ਜੋ ਤਸ਼ਰੀਫ ਰੱਖ ਰਹੇ ਨੇ ਉਹਨਾਂ ਦਾ ਨਾਮ ਹੈ ਬੀਬੀ ਹਮੀਰ ਕੌਰ ਜੀ, ਜੋ ਲੁਧਿਆਣੇ ਤੋਂ ਨੇ। ਤੇ ਆਓ ਮੈਂ ਇਹਨਾਂ ਬਾਰੇ ਕੁਝ ਵੀ ਦੱਸਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਬੀਬੀ ਹਮੀਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਬਾਰੇ ਕੁਝ ਵੀ ਕਹਾਂ, ਮੈਂ ਚਾਹਾਂਗੀ ਕਿ ਆਪ ਜੀ ਸਾਡੇ ਸੁਣਨ ਵਾਲੀ ਸੰਗਤ ਨੂੰ ਆਪਣੇ ਬਾਰੇ ਕੁਝ ਜਾਣਕਾਰੀ ਦਿਓ। ਮੇਰਾ ਨਾਮ ਬੀਬੀ ਹਮੀਰ ਕੌਰ ਹੈ। ਮੈਂ BA MAd ਤੱਕ ਮੇਰੀ ਵਿਦਿਅਕ ਯੋਗਤਾ ਹੈ। 37 ਸਾਲ ਤੱਕ ਮੈਂ ਖਾਲਸਾ ਸਕੂਲ ਦੇ ਵਿੱਚ ਐਜ਼ ਏ ਟੀਚਰ ਕੰਮ ਕੀਤਾ ਹੈ ਤੇ ਇਸ ਦੇ ਨਾਲ ਹੀ ਬਚਪਨ ਤੋਂ ਹੀ ਗੁਰਮਤਿ ਦੀ ਜਿਹੜੀ ਮੈਨੂੰ ਲਗਨ ਸੀ ਮਾਤਾ ਪਿਤਾ ਤੋਂ ਲੱਗੀ। ਬਾਅਦ ਵਿੱਚ ਸ਼ਾਦੀ ਤੋਂ ਬਾਅਦ ਮੇਰਾ ਕੰਟੈਕਟ ਜਿਹੜਾ ਮਿਸ਼ਨਰੀ ਕਾਲਜ ਦੇ ਨਾਲ ਹੋਇਆ। ਉਸ ਤੋਂ ਬਾਅਦ ਤੇ ਮੇਰੇ ਜੀਵਨ ਦੇ ਵਿੱਚ ਬਿਲਕੁਲ ਇੱਕ ਰੈਵੋਲੂਸ਼ਨ ਆ ਗਿਆ। ਜਿੱਥੇ ਮੈਂ ਨੌਕਰੀ ਕਰਦੀ ਸੀ ਉਸ ਦੇ ਨਾਲ ਹੀ ਜਦੋਂ ਮੈਂ ਦੇਖਦੀ ਸੀ ਕਿ ਬੱਚੇ ਜਿਹੜੇ ਸਾਡੇ ਸਿੱਖ ਬੱਚੇ ਹਨ ਜਾਂ ਦੂਸਰੇ ਧਰਮਾਂ ਦੇ ਵੀ ਬੱਚੇ ਹਨ, ਉਹਨਾਂ ਵਿੱਚ ਮੋਰਲ ਵੈਲਿਊਜ਼ ਬਹੁਤ ਘੱਟ ਹਨ। ਅਤੇ ਆਪਣੇ ਸਮੇਂ ਦੇ ਵਿੱਚੋਂ ਸਕੂਲ ਟਾਈਮ ਤੋਂ 1 ਘੰਟਾ ਪਹਿਲਾਂ ਉਸ ਵਕਤ ਵੀ ਮੈਂ ਬੱਚਿਆਂ ਨੂੰ ਬੁਲਾ ਕੇ ਗੁਰਮਤਿ ਦੀ ਅਤੇ ਮੋਰਲ ਵੈਲਿਊਜ਼ ਦੇ ਉੱਪਰ ਸਿੱਖਿਆ ਦਿੰਦੀ ਸੀ। ਆਪ ਜੀ ਦੇ ਆਪਣੇ ਪਰਿਵਾਰ ਦਾ ਮਾਹੌਲ ਕਿਹੋ ਜਿਹਾ ਸੀਗਾ? ਬਚਪਨ ਕਿੱਥੇ ਗੁਜ਼ਾਰਿਆ? ਬਚਪਨ ਮੇਰਾ ਲੁਧਿਆਣੇ ਦੇ ਵਿੱਚ, ਪਹਿਲਾਂ ਭੈਣੀ ਸਾਹਿਬ ਮੇਰਾ ਨੇਟਿਵ ਲੈਂਡ ਹੈ। ਪਿਤਾ ਜੀ ਸਾਡੇ ਗੁਰਮੁਖ ਜੀਵਨ ਵਾਲੇ ਸਨ, ਨਿਤਨੇਮੀ ਸਨ। ਥੋੜ੍ਹੀ ਬਹੁਤ ਲਗਨ ਉੱਥੋਂ ਲੱਗੀ, ਪਰ ਵਿਆਹ ਤੋਂ ਬਾਅਦ ਮੈਨੂੰ ਜਦੋਂ ਮਿਸ਼ਨਰੀ ਕਾਲਜ ਦੇ ਨਾਲ ਮੇਰਾ ਸੰਪਰਕ ਹੋਇਆ, ਉਸ ਤੋਂ ਬਾਅਦ ਮੇਰੇ ਜੀਵਨ ਵਿੱਚ ਬਹੁਤ ਪਰਿਵਰਤਨ ਆਇਆ ਅਤੇ ਅੰਮ੍ਰਿਤ ਛਕ ਕੇ ਫਿਰ ਮੈਂ ਕੋਰਸ ਕੀਤਾ 2 ਸਾਲ ਦਾ ਮਿਸ਼ਨਰੀ ਕਾਲਜ ਦਾ, ਅਤੇ ਫਿਰ ਤੇ ਬਸ ਡੈਡੀਕੇਟਡ ਟੂ ਮੈਂ ਮਿਸ਼ਨਰੀ ਕਾਲਜ ਹੋ ਗਈ। ਮੈਂ ਇਹ ਪੁੱਛਣਾ ਚਾਹੂੰਗੀ ਕਿ ਜਿਸ ਸਮੇਂ ਦੀ ਆਪ ਜੀ ਗੱਲ ਕਰ ਰਹੇ ਹੋ, ਜਦ ਤੁਸੀਂ ਯੰਗ ਸੀਗੇ, ਕੀ ਲੜਕੀਆਂ ਕੋਲ ਇਤਨੀ ਖੁੱਲ੍ਹ ਸੀਗੀ ਕਿ ਉਹ ਇਤਨੀ ਪੜ੍ਹਾਈ ਲਿਖਾਈ ਵੱਲ ਆਪਣੀ ਤਵੱਜੋ ਦੇ ਸਕਣ ਜਾਂ ਉਹ ਪੜ੍ਹ ਸਕਣ ਇਤਨਾ? ਉਸ ਵਕਤ ਵੀ ਪਰਿਵਾਰ ਦੇ ਵਿੱਚ ਵੀ ਜਾਂ ਬਾਹਰ ਜਦੋਂ ਮੈਂ ਦੇਖਦੀ ਸੀ, ਵਿੱਦਿਆ ਤੇ ਪੜ੍ਹਨ ਵਿੱਚ ਇੰਨੀ ਜ਼ਿਆਦਾ ਕਿਸੇ ਨੂੰ ਖੁੱਲ੍ਹ ਨਹੀਂ ਸੀ। ਮੈਂ ਵੀ ਆਪਣੀ ਜੋਬ ਦੇ ਨਾਲ ਹੀ ਆਪਣੀ ਸਟੱਡੀ ਕੀਤੀ ਹੈ
BA ਤੋਂ ਬਾਅਦ ਫਿਰ B.Ed, ਉਸ ਤੋਂ ਬਾਅਦ M.Ed, ਨਾਲੇ ਜੋਬ, ਨਾਲੇ ਹੀ ਬੱਚਿਆਂ ਦੀ ਪਰਵਰਿਸ਼। ਵਾਹਿਗੁਰੂ ਦੀ ਐਸੀ ਕਿਰਪਾ ਹੋਈ, ਨਾਲ ਹੀ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜਿੱਥੇ ਵੀ ਕਿਧਰੇ ਜਾ ਕੇ ਮੈਨੂੰ ਪ੍ਰਚਾਰ ਕਰਨ ਦਾ ਸੱਦਾ ਆਉਂਦਾ ਸੀ, ਸਾਰੀਆਂ ਡਿਊਟੀਆਂ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਆਪ ਹੀ ਕਰਵਾ ਲੈਂਦਾ ਸੀ। ਕੀ ਆਪ ਜੀ ਨੇ ਇਤਨੀ ਪੜ੍ਹਾਈ ਸਾਰੀ ਆਪਣੇ ਵਿਆਹ ਤੋਂ ਬਾਅਦ ਕੀਤੀ ਹੈ? ਹਾਂਜੀ, ਮੈਂ ਸਿਰਫ JBT ਸੀ ਪਹਿਲਾਂ, ਉਸ ਤੋਂ ਬਾਅਦ ਗਿਆਨੀ ਕਰ ਲਈ ਸੀ। ਬਾਕੀ ਸਾਰੀ ਪੜ੍ਹਾਈ ਮੈਂ ਮੈਰਿਜ ਤੋਂ ਬਾਅਦ ਹੀ ਕੀਤੀ ਹੈ। ਮੇਰੇ ਹਸਬੈਂਡ ਬਹੁਤ ਕੋਆਪਰੇਟਿਵ ਨੇ ਪੜ੍ਹਾਈ ਦੇ ਮਾਮਲੇ ਵਿੱਚ ਵੀ, ਅਤੇ ਹੁਣ ਪ੍ਰਚਾਰ ਦੇ ਮਾਮਲੇ ਵਿੱਚ ਵੀ। ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਉਹ ਮੈਨੂੰ ਆਪ ਛੱਡ ਕੇ ਆਉਂਦੇ ਹਨ, ਲੈ ਵੀ ਆਉਂਦੇ ਹਨ, ਅਤੇ ਘਰ ਦੇ ਵਿੱਚ ਆਪਣਾ ਸਾਰਾ ਕੰਮ ਜੋ ਖਾਣ ਪੀਣ ਦਾ ਹੈ ਉਹ ਵੀ ਆਪਣਾ ਸੈਲਫ ਕਰ ਲੈਂਦੇ ਨੇ। ਇਹੀ ਇੱਕ ਸਭ ਤੋਂ ਵੱਡੀ ਮੈਨੂੰ ਪਲੱਸ ਪੁਆਇੰਟ ਮਿਲਿਆ ਕਿ ਘਰੋਂ ਕੋਆਪਰੇਸ਼ਨ ਮਿਲਣ ਦੇ ਨਾਲ ਤੇ ਮੈਂ ਅੱਜ ਇੱਥੇ ਤੱਕ ਪਹੁੰਚੀ। ਕੀ ਆਪ ਜੀ ਇਹ ਸੋਚਦੇ ਹੋ ਕਿ ਕੁਛ ਬਣਨ ਲਈ, ਖਾਸ ਕਰਕੇ ਇੱਕ ਔਰਤ ਲਈ, ਉਸਨੂੰ ਪਰਿਵਾਰ ਦੀ ਬੈਕਗਰਾਉਂਡ ਜਾਂ ਉਹਨਾਂ ਦਾ ਸਾਥ ਜਾਂ ਸੁਖਾਵਾਂ ਮਾਹੌਲ ਜ਼ਰੂਰੀ ਹੈ, ਜਾਂ ਆਪ ਜੀ ਇਹ ਸੋਚਦੇ ਹੋ ਕਿ ਜੇ ਇਨਸਾਨ ਕੋਲ ਇੱਕ ਲਕਸ਼ ਮਿੱਥਿਆ ਆ ਤੇ ਉਹ ਕਿਸੇ ਵੀ ਤਰ੍ਹਾਂ ਉਸ ਤੱਕ ਪਹੁੰਚ ਜਾਂਦਾ ਹੈ ਜੇ ਉਸਦੇ ਕੋਲ ਦ੍ਰਿੜ ਨਿਸ਼ਚਾ ਹੋਵੇ? ਇਹ ਦ੍ਰਿੜ ਨਿਸ਼ਚੇ ਦੀ ਗੱਲ ਹੈ। ਸਿਚੁਏਸ਼ਨ ਤੇ ਹਰ ਵਕਤ ਹਰ ਬੀਬੀ ਦੀ ਤੇ ਹਰ ਪਰਿਵਾਰ ਦੀ ਇੱਕੋ ਜਿਹੀ ਨਹੀਂ ਰਹਿੰਦੀ। ਹਰ ਇੱਕ ਨੂੰ ਪਰਿਵਾਰਕ ਮੁਸ਼ਕਲਾਤਾਂ ਆਉਂਦੀਆਂ ਨੇ, ਪਰ ਜਦੋਂ ਸਾਡਾ ਏਮ ਪੱਕਾ ਹੋਵੇ, ਅਸੀਂ ਉਹਦੇ ਵਿੱਚ ਦ੍ਰਿੜ ਹੋਈਏ, ਤੇ ਇਹ ਮੁਸ਼ਕਲਾਤਾਂ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਆਪ ਸੋਲਵ ਹੁੰਦੀਆਂ ਜਾਂਦੀਆਂ ਨੇ। ਉਹ ਉਸ ਦੀ ਕਿਰਪਾ ਰਹਿਮਤ ਪਰਮਾਤਮਾ ਦੀ ਜਦੋਂ ਨਾਲ ਵਰਤਦੀ ਹੈ, ਫਿਰ ਜਿਹੜਾ ਏਮ ਅਸੀਂ ਲੈ ਕੇ ਚੱਲਦੇ ਹਾਂ ਉਹ ਪੂਰਾ ਸਤਿਗੁਰੂ ਆਪ ਕਰਵਾ ਲੈਂਦੇ। मैं आप जी तो ये पूछना चाहूँगी बीबी हमीर कौर जी के महाराज की किरपा रही कि आप जी ने इतनी पढ़ाई लिखाई, इतनी एजुकेशन उन्होंने समयां विच भी, क्योंकि आप जी नूं परिवारक माहौल मिलिया, विआह तो बाद एक ऐसा जीवन साथी मिलिया जिन्हें आप जी नूं बहुत सहायता दी। सो इट वॉज ईजी फॉर यू। अज बहुतात विच सिंगड़ियां ऐसियां ने जो ਵਿਆਹ ਤੋਂ ਬਾਅਦ ਬਸ ਘਰ ਜੋਗੀਆਂ ਰਹਿ ਜਾਂਦੀਆਂ ਨੇ, ਤੇ ਉਹਨਾਂ ਦੇ ख्वाब, ਉਹਨਾਂ ਦੀਆਂ ਖੁਆਇਸ਼ਾਂ ਪਸਤ ਹੁੰਦੀਆਂ ਕਿਤੇ ਦਬਦੀਆਂ ਉਹ ਡਿਪਰੈਸਡ ਹੋ ਜਾਂਦੀਆਂ ਨੇ। ਉਹ ਆਪਣੇ ਸੁਪਨੇ ਆਪਣੇ ਬੱਚਿਆਂ ਵਿੱਚ ਸਾਕਾਰ ਕਰਨਾ ਚਾਹੁੰਦੀਆਂ ਨੇ। ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਗੱਲ ਬਹੁਤ ਠੀਕ ਹੈ ਕਿ ਵਿਆਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਪਰਿਵਾਰਕ ਦੇ ਜਿਹੜੇ ਵਿਚਾਰ ਹੁੰਦੇ ਨੇ ਉਹ ਇੱਕੋ ਜਿਹੇ ਹਰ ਇੱਕ ਦੇ ਨਹੀਂ ਹੁੰਦੇ, ਜਾਂ ਇਨਵਾਇਰਮੈਂਟ ਦੇ ਅਨੁਸਾਰ ਬੀਬੀ ਚਾਹੁੰਦੀ ਹੋਈ ਵੀ ਉਹ ਨਹੀਂ ਕਰ ਸਕਦੀ। ਮੇਰੇ ਸੰਪਰਕ ਵਿੱਚ ਵੀ ਹੁਣ ਜਿਵੇਂ ਮੈਂ ਕਲਾਸਾਂ ਲੈਂਦੀ ਹਾਂ, ਬਹੁਤ ਸਾਰੀਆਂ ਬੀਬੀਆਂ ਦੀਆਂ ਅੱਜ ਵੀ ਇੰਨੀਆਂ ਪ੍ਰੋਬਲਮ ਨੇ, ਉਹ ਈਵਨ ਗੁਰਦੁਆਰੇ ਤੱਕ ਬੜੀ ਮੁਸ਼ਕਲ ਦੇ ਨਾਲ ਆਉਂਦੀਆਂ ਨੇ। ਕਈ ਵਾਰੀ ਰਸਤੇ 'ਚੋਂ ਹੀ ਵਾਪਸ ਉਹਨਾਂ ਨੂੰ ਜਾਣਾ ਪੈਂਦਾ। ਮੈਂ ਤੁਹਾਨੂੰ ਇੱਥੇ ਐਸੀਆਂ ਬੀਬੀਆਂ ਦੇ ਪਰਿਵਾਰ ਦੀ ਗੱਲ ਨਾ ਸਮਝਦੀ, ਇੱਕ ਕਾਮਨ ਗੱਲ ਸਟੇਜ 'ਤੇ ਕਰਾਂ ਕਿ ਜਦੋਂ ਉਹਨਾਂ ਨੂੰ ਵੀ ਮੈਂ ਇਹੀ ਰਾਏ ਦਿੰਦੀ ਹਾਂ ਕਿ ਅਸੀਂ, ਸਾਡਾ ਰਸਤਾ ਠੀਕ ਹੋਣਾ ਚਾਹੀਦਾ, ਸਾਡਾ ਏਮ ਠੀਕ ਹੋਣਾ ਚਾਹੀਦਾ, ਵਿਲ ਪਾਵਰ ਅਸੀਂ ਪੱਕੀ ਰੱਖਣੀ ਹੈ, ਅਤੇ ਸਾਡੇ ਅੰਦਰ ਫਿਰ ਗੁਰੂ ਮਹਾਰਾਜ ਆਪ ਹਿੰਮਤ ਦਿੰਦੇ ਨੇ। ਸੱਚਮੁੱਚ ਭੈਣ ਜੀ ਇਹ ਇੱਕ ਮਿਰਾਕਲ ਹੀ ਹੋਇਆ। ਇਹ ਜਦੋਂ ਦੀਆਂ ਮੈਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਨੇ, 8-10 ਬੀਬੀਆਂ ਦਾ ਜੀਵਨ ਤਾਂ ਬਿਲਕੁਲ ABC ਤੋਂ ਲੈ ਕੇ ਜੋ ਸ਼ੁਰੂ ਸੀ, ਅੱਜ ਉਹ ਸਟੇਜ ਦੇ ਉੱਪਰ ਬੋਲਣ ਜੋਗੀਆਂ ਹੋ ਗਈਆਂ ਨੇ। ਕੰਮ ਕਾਰ ਕਰਦੀਆਂ ਹੋਈਆਂ ਆਪਣਾ ਜੀਵਨ ਇੰਨੇ ਸੁੱਖ ਦੇ ਨਾਲ ਬਤੀਤ ਕਰ ਰਹੀਆਂ ਨੇ ਕਿ ਉਹਨਾਂ ਦੀਆਂ ਆਸ਼ੀਰਵਾਦ, ਉਹਨਾਂ ਦੀ ਗੁੱਡਵਿਲ ਦੇ ਨਾਲ ਮੈਨੂੰ ਹੋਰ ਚੜ੍ਹਦੀ ਕਲਾ ਮਿਲਦੀ ਹੈ। ਮੈਂ ਆਪਣਾ ਕੰਮ ਵਿੱਚ ਹੋਰ ਤੇਜ਼ੀ ਦੇ ਨਾਲ, 1 ਸੈਕਿੰਡ ਵੀ ਮੇਰਾ ਹੁੰਦਾ ਹੈ ਕਿ ਮੈਂ ਅੱਗੇ ਪਿੱਛੇ ਨਾ ਕੋਈ ਕੰਮ ਕਰਾਂ, ਸਿਰਫ ਇਹ ਸਮਾਜ ਦਾ ਕੰਮ, ਭੈਣਾਂ ਦਾ ਕੰਮ, ਬੱਚਿਆਂ ਦਾ ਕੰਮ ਜੋ ਮੈਨੂੰ ਦਿੱਤਾ। ਮੇਰੇ 24 ਘੰਟੇ ਮੇਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ। ਜਿਸ ਵਕਤ ਵੀ ਕੋਈ ਆਵੇ, ਮੋਸਟ ਵੈਲਕਮ, ਦਿਨ ਹੋਵੇ ਰਾਤ ਹੋਵੇ। ਅਤੇ ਉਹਨਾਂ ਨੂੰ ਵੀ ਇਹ ਪ੍ਰੇਰਨਾ ਦੇ ਕੇ ਕਿ ਸਾਡਾ ਗੁਰੂ ਸਾਹਿਬ ਨੇ ਜੋ ਸਾਨੂੰ ਏਮ ਦਿੱਤਾ, ਆਪ ਜਪੋ ਅਵਰਾ ਨਾਮ ਜਪਾਵੋ। ਬਾਕੀ ਕੰਮ ਤੇ ਆਪਾਂ ਘਰ ਦੇ ਸਾਰੇ ਕਰਦੇ ਰਹਿੰਦੇ ਹਾਂ। ਫਸਟ ਜੋ ਨੌਜਵਾਨ ਬੱਚੀਆਂ ਵੀ ਅੱਜ ਮੇਰੇ ਕੋਲ ਆਉਂਦੀਆਂ ਨੇ, ਜਦੋਂ ਉਹਨਾਂ ਨੂੰ ਮੈਂ ਫਸਟ ਟਾਈਮ ਇੱਕ ਲੈਕਚਰ ਦਿੱਤਾ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੇ ਬਿਰਲਾ ਬੂਝੇ ਕੋਏ। ਇਸ ਗੁਰਬਾਣੀ ਦੇ ਇਸ ਵਿਸ਼ੇਸ਼
ਤੁਕ ਦੇ ਨਾਲ 5-7 ਬੀਬੀਆਂ ਤੇ ਪਰਮਾਨੈਂਟ ਤੌਰ ਦੇ ਉੱਪਰ ਘਰ ਦੇ 10 ਕੰਮ ਛੱਡ ਕੇ ਵੀ ਉਹਨੂੰ ਮੈਨੇਜ ਕਰਕੇ ਕਲਾਸ ਵਿੱਚ ਆਉਂਦੀਆਂ ਨੇ ਤੇ ਉਹਨਾਂ ਦੇ ਜੀਵਨ ਵਿੱਚ ਬਹੁਤ ਪਰਿਵਰਤਨ ਆਇਆ। ਇੱਕ ਸਾਡੀ ਵਿਲ ਪਾਵਰ ਹੈ, ਦ੍ਰਿੜਤਾ, ਜਿੰਨਾ ਅਸੀਂ ਲਿਜਾਣਾ ਚਾਹੁੰਦੇ ਹਾਂ, ਫਿਰ ਸਤਿਗੁਰੂ ਦੀ ਨਾਲ ਕਿਰਪਾ ਆਪਣੇ ਆਪ ਚੱਲਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਚੱਲਦੀ ਹੈ ਤੇ ਉਸ ਦੇ ਨਾਲ ਨਾਲ ਸਾਡੇ ਮਨ ਅੰਦਰ ਦ੍ਰਿੜ ਨਿਸ਼ਚਾ ਤੇ ਵਿਸ਼ਵਾਸ ਹੋਣਾ ਬਹੁਤ ਲਾਜ਼ਮੀ ਹੈ। ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਆਪ ਜੀ ਨੇ ਅਧਿਆਪਕਾ ਦੇ ਰੂਪ ਵਿੱਚ ਕਾਫੀ ਸਮਾਂ ਗੁਜ਼ਾਰਿਆ ਹੈ, ਅੱਜ ਰਿਟਾਇਰ ਹੋਏ ਹੋ ਤੇ ਅੱਜ ਤੁਹਾਡੇ ਰੁਝੇਵੇਂ ਕੀ ਨੇ? ਕਿਵੇਂ ਆਪਣਾ ਸਮਾਂ ਲੰਘਾਉਂਦੇ ਹੋ, ਕੀ ਕਰਦੇ ਹੋ? ਇੱਕ ਜਗਦਾ ਦੀਵਾ ਹੀ ਦੂਸਰੇ ਦੀਵਿਆਂ ਨੂੰ ਜਗਾ ਸਕਦਾ ਹੈ। ਸੈਲਫ ਸਟੱਡੀ, ਪਹਿਲਾਂ ਆਪਣੇ ਆਪ ਨੂੰ ਅੰਮ੍ਰਿਤ ਵੇਲੇ ਤੋਂ ਸੰਭਾਲਣਾ ਤੇ ਫਿਰ ਆਪਣੇ ਪਰਿਵਾਰ ਦੇ ਸਾਰੇ ਕੰਮ ਭੈਣ ਜੀ ਮੈਂ ਆਪਣੇ ਆਪ ਨਿਬੇੜਦੀ ਹਾਂ। ਤੇ ਉਸ ਦੇ ਨਾਲ ਹੀ ਫਿਰ ਜਿੰਨੇ ਵੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਸ਼ਾਮ ਤੱਕ ਦਾ ਜੋ ਜੀਵਨ ਹੈ, ਉਹ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਤਿੰਨ ਜੋ ਸਾਨੂੰ ਪਰਮਾਤਮਾ ਨੇ, ਸਤਿਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਦੇ ਅਸੂਲ ਦਿੱਤੇ ਨੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਜਦੋਂ ਹਰ ਇੱਕ ਗੁਰਸਿੱਖ ਇਹਨਾਂ ਤੇ ਪਹਿਰਾ ਦਿੰਦਾ ਹੈ ਤੇ ਉਸ ਦਾ ਜੀਵਨ ਗੁਰੂ ਮਰਿਆਦਾ ਅਨੁਸਾਰ ਆ ਜਾਂਦਾ ਹੈ। ਉਸ ਰੁਝੇਵੇਂ ਮੈਂ ਉਸ ਤੋਂ ਜ਼ਿਆਦਾ, ਨੌਕਰੀ ਤੋਂ ਵੀ ਜ਼ਿਆਦਾ ਅੱਜ ਮੈਂ ਬਿਜ਼ੀ ਹਾਂ, ਕਿਉਂਕਿ ਹਫ਼ਤੇ ਵਿੱਚ 2 ਵਾਰ ਮੈਂ 3 ਤੋਂ 5 ਮਾਇਆ ਨਗਰ ਵਿਖੇ ਬੀਬੀਆਂ ਦੀ ਵੱਡੀ ਕਲਾਸ ਲੱਗਦੀ ਹੈ, ਸੰਡੇ ਨੂੰ ਬੱਚਿਆਂ ਦੀ ਕਲਾਸ ਲੱਗਦੀ ਹੈ। ਉਸ ਕਲਾਸ ਦੇ ਵਿੱਚ ਬੀਬੀਆਂ ਗੁਰਬਾਣੀ ਕੰਠ ਕਰਦੀਆਂ ਨੇ, ਗੁਰਬਾਣੀ ਸਮਝਦੀਆਂ ਨੇ ਅਤੇ ਨਾਲ ਹੀ ਜੋ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਕੁਐਸਚਨ ਆਉਂਦੇ ਨੇ, ਗੁਰਮਤਿ ਅਨੁਸਾਰ ਉਹਨਾਂ ਨੂੰ ਸਲਿਊਸ਼ਨ ਅਸੀਂ ਦਿੰਦੇ ਹਾਂ। ਬੱਚਿਆਂ ਨੂੰ ਵੀ ਕਵਿਤਾਵਾਂ, ਲੈਕਚਰ ਅਤੇ ਗੁਰਪੁਰਬ ਜਿੰਨੇ ਵੀ ਸੈਲੀਬ੍ਰੇਟ ਹੁੰਦੇ ਨੇ, ਉਹ ਅਸੀਂ ਐਜ਼ ਏ ਕੁਐਸਚਨਰੀ ਰੱਖ ਕੇ ਵੀ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਜਿਹੜੀਆਂ ਬੀਬੀਆਂ ਗੁਰਬਾਣੀ ਕੰਠ ਕਰਦੀਆਂ ਨੇ, ਅੱਗੇ ਆਉਂਦੀਆਂ ਨੇ, ਉਹਨਾਂ ਨੂੰ ਵੀ ਰਿਵਾਰਡ ਐਂਡ ਪਨਿਸ਼ਮੈਂਟ ਇੱਕ ਟੀਚਿੰਗ ਦੀ ਇੱਕ ਮੈਥਡ ਹੈ। ਉਸ ਦੇ ਨਾਲ ਬੱਚਾ ਕੀ ਵੱਡਾ ਕੀ ਬਹੁਤ ਜਲਦੀ ਸਿੱਖਦਾ ਹੈ। ਉਹ ਮੈਂ ਆਪਣੇ ਜਦੋਂ ਅਪਣਾਈ ਹੈ, ਉਸ ਦੇ ਰਿਜ਼ਲਟ ਬਹੁਤ ਅੱਛੇ ਆਉਣੇ ਸ਼ੁਰੂ ਹੋਏ ਨੇ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿੰਨੇ ਕਿ ਹੋਲੀ ਜਿਵੇਂ ਤਿਉਹਾਰ ਸੀ, ਉਸ ਨੂੰ ਹੋਲਾ ਮਹੱਲਾ ਦਾ ਰੂਪ ਦੇ ਕੇ ਗੇਮਸ ਕਰਵਾਈਆਂ ਜਾਂਦੀਆਂ ਨੇ, ਕੰਪੀਟੀਸ਼ਨ ਕਰਾਏ ਜਾਂਦੇ ਨੇ। ਜਿਹੜੇ ਬੱਚੇ ਅੱਜ ਵੀ ਰੰਗਾਂ ਨੂੰ ਹੱਥ ਨਹੀਂ ਲਗਾਉਂਦੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੂਰਾ ਦਿਨ ਅਸੀਂ ਉਹਨਾਂ ਨੂੰ ਬਿਜ਼ੀ ਰੱਖਦੇ ਹਾਂ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੇ ਜਦੋਂ ਗੁਰਪੁਰਬ ਆਉਂਦੇ ਨੇ ਸਪੈਸ਼ਲ, ਉਹਨਾਂ ਨੂੰ ਵੀ ਅਸੀਂ ਪੂਰੀ ਟ੍ਰੇਨਿੰਗ ਦੇ ਕੇ ਬੱਚਿਆਂ ਤੋਂ ਇਤਿਹਾਸ, ਬੱਚਿਆਂ ਤੋਂ ਕਵਿਤਾਵਾਂ ਰਾਹੀਂ ਆਪਣੇ ਹਿਸਟਰੀ ਦੇ ਨਾਲ, ਸਿੱਖ ਹਿਸਟਰੀ ਦੇ ਨਾਲ ਜੋੜ ਕੇ ਆਪਣੇ ਧਰਮ ਪ੍ਰਚਾਰ ਵਿੱਚ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ। ਧਰਮ ਦੇ ਪ੍ਰਚਾਰ ਵਿੱਚ ਯੋਗਦਾਨ ਪਾ ਰਹੇ ਨੇ ਬੀਬੀ ਹਮੀਰ ਕੌਰ ਜੀ। ਇੱਕ ਅਧਿਆਪਕਾ ਦੇ ਰੂਪ ਵਿੱਚ ਬਹੁਤ ਸਮਾਂ ਸੇਵਾ ਨਿਭਾਈ, ਅੱਜ ਰਿਟਾਇਰ ਨੇ, ਪਰ ਅਧਿਆਪਕ ਦਾ ਰੂਪ ਹੀ ਧਾਰ ਕੇ ਅੱਜ ਸਿੱਖੀ ਪ੍ਰਚਾਰ ਵਿੱਚ ਆਪਣਾ ਬਹੁਤ ਵਡਮੁੱਲਾ ਇਹ ਕਾਰਜ ਸੰਭਾਲ ਰਹੇ ਨੇ। ਮੈਂ ਆਪ ਜੀ ਤੋਂ ਬੀਬੀ ਹਮੀਰ ਕੌਰ ਜੀ ਅਗਲਾ ਸਵਾਲ ਜੋ ਪੁੱਛਣਾ ਚਾਹੂੰਗੀ ਕਿ ਅੱਜ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਬਹੁਤ ਪ੍ਰਚਾਰ ਹੋ ਰਿਹਾ ਹੈ। ਕੀ ਰੀਜ਼ਨ ਹੈ ਕਿ ਅੱਜ ਵੀ ਪੰਜਾਬ ਵਿੱਚ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਵੱਡੀਆਂ ਵੱਡੀਆਂ ਐਸੋਸੀਏਸ਼ਨਸ, ਵੱਡੇ ਵੱਡੇ ਗਰੁੱਪ, ਵੱਡੀਆਂ ਵੱਡੀਆਂ ਫੈਡਰੇਸ਼ਨਸ ਔਰ ਨਾਮੀ ਕਾਲਜਸ ਅੱਜ ਸਾਡੇ ਪੰਜਾਬ ਵਿੱਚ ਨੇ, ਪਰ ਫਿਰ ਵੀ ਸਭ ਤੋਂ ਜ਼ਿਆਦਾ ਪਤਿਤ ਪੁਣਾ ਔਰ ਨਸ਼ਾ ਜੋ ਹੈ ਪੰਜਾਬ ਵਿੱਚ ਹੀ ਕਿਉਂ ਇਤਨਾ ਜ਼ਿਆਦਾ ਆਪਣਾ ਅਸਰ ਦਿਖਾ ਰਿਹਾ ਹੈ? ਇਸ ਦੇ ਭੈਣ ਜੀ 3-4 ਕਾਰਨ ਹਨ। ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਪਰਿਵਾਰ ਤੋਂ ਗੱਲ ਸ਼ੁਰੂ ਕਰੀਏ, ਘਰ ਤੋਂ ਸ਼ੁਰੂ ਕਰੀਏ। ਜਦੋਂ ਘਰ ਨੂੰ ਅਸੀਂ ਸੰਭਾਲ ਲਵਾਂਗੇ ਤੇ ਫਿਰ ਅੱਗੇ ਸਮਾਜ ਬਣਦਾ। ਤੇ ਦੂਸਰੇ ਨੰਬਰ ਦੇ ਉੱਪਰ ਸਾਡੇ ਜੋ ਕਹਿਣ ਵਾਲੇ ਲੀਡਰ ਹਨ, ਆ ਸਮਾਜ ਦੇ ਮੋਹਰੀ ਹਨ, ਜਦੋਂ ਉਹਨਾਂ ਦੀ ਕਹਿਣੀ ਤੇ ਕਥਨੀ ਇੱਕ ਨਹੀਂ ਹੁੰਦੀ ਭੈਣ ਜੀ, ਬੱਚੇ ਨੌਜਵਾਨ ਅੱਜ ਅਸੀਂ ਉਹਨਾਂ ਨੂੰ ਹਨੇਰੇ ਵਿੱਚ ਨਹੀਂ ਰੱਖ ਸਕਦੇ।
ਉਹ ਹਰ ਗੱਲ ਆਪਣੇ ਪੇਰੈਂਟਸ ਦੀ, ਆਪਣੇ ਫੋਰ ਫਾਦਰਸ ਦੀ, ਦਾਦੇ ਪੜਦਾਦੇ ਦੀ ਤੇ ਮਾਤਾ ਪਿਤਾ ਦੀ ਨੋਟ ਕਰਦੇ ਹਨ। ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਬਾਹਰੋਂ ਕੁਝ ਹੋਰ ਹੁੰਦਾ ਹੈ ਤੇ ਅੰਦਰੋਂ ਕੁਝ ਹੋਰ ਹੁੰਦਾ ਹੈ। ਬਾਹਰੋਂ ਉਹ ਧਾਰਮਿਕ ਦਿਖਾਈ ਦਿੰਦੇ ਨੇ, ਅੰਦਰੋਂ ਬੇਈਮਾਨੀ ਅਤੇ ਬਾਹਰਲੀ ਦੂਸਰੇ ਨੂੰ ਲੁੱਟ ਖਸੁੱਟ ਜਾਂ ਉਹਨਾਂ ਦਾ ਦੋ ਵਾਲਾ ਦੂਰਾ ਉਹ ਪਾਲਸੀ ਜੀਵਨ ਦੀ ਵਰਤਦੇ ਨੇ ਤੇ ਬੱਚਿਆਂ ਦੇ ਵਿੱਚ ਧਰਮ ਤੋਂ ਬਿਲਕੁਲ ਨਿਰਾਸ਼ਤਾ ਹੋ ਜਾਂਦੀ ਹੈ। ਉਹ ਜਿਸ ਤਰ੍ਹਾਂ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਇਹਨਾਂ ਨਾਲੋਂ ਤਾਂ ਅਸੀਂ ਆਪ ਹੀ ਚੰਗੇ ਆ, ਅਸੀਂ ਗੁਰਦੁਆਰੇ ਨਹੀਂ ਜਾਂਦੇ ਤਾਂ ਵੀ ਚੰਗੇ ਆ, ਕਿਉਂਕਿ ਘੱਟੋ ਘੱਟ ਜੋ ਬਿਹੇਵ ਉੱਥੇ ਤੇ ਬੜੇ ਹੋ ਭਲੇ ਮਾਨਸ ਬਣ ਕੇ ਮੱਥਾ ਟੇਕਦੇ ਨੇ, ਗੁਰਬਾਣੀ ਸੁਣਦੇ ਨੇ, ਪਰ ਆ ਕੇ ਘਰ ਦਾ ਮਾਹੌਲ, ਪਰਿਵਾਰ ਦਾ ਮਾਹੌਲ ਜਾਂ ਦੁਕਾਨ ਤੇ ਬਿਜ਼ਨਸ ਤੇ ਦੂਸਰਿਆਂ ਦੇ ਨਾਲ ਜਦੋਂ ਉਹਨਾਂ ਦਾ ਬਿਹੇਵ ਅਸੀਂ ਦੇਖਦੇ ਹਾਂ, ਜਦ ਆਸ-ਪਾਸ ਦੇ ਲੋਕੀ ਦੇਖਦੇ ਨੇ, ਤੇ ਕਹਿਣੀ ਕਥਨੀ ਦਾ ਅੱਜ ਸਾਡੇ ਵਿੱਚ ਬਹੁਤ ਫਰਕ ਹੈ। ਆਪ ਅਸੀਂ ਕਵਾਂਗੇ ਨਸ਼ੇ ਨਹੀਂ ਕਰਨੇ, ਘਰ ਆ ਕੇ ਅਸੀਂ ਨਸ਼ੇ ਕਰ ਲੈਂਦੇ ਹਾਂ, ਉੱਪਰੋਂ ਅਸੀਂ ਕਿਰਪਾਨ ਪਾ ਕੇ ਕਿਰਪਾਨ ਟੰਗ ਦਿੰਦੇ ਹਾਂ ਕਈ ਵਾਰੀ। ਇਸ ਤਰ੍ਹਾਂ ਦਾ ਸਾਡੀ ਦੋਹਰਾ ਜੋ ਜੀਵਨ ਹੈ ਉਹ ਸਭ ਤੋਂ ਵੱਡਾ ਅੱਜ ਪਤਿਤਪਣੇ ਨੂੰ ਜਨਮ ਦੇ ਰਿਹਾ। ਅੱਜ ਗੁਰੂਆਂ ਪੀਰਾਂ ਦੀ ਧਰਤੀ ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ 80-85% ਜਿਹੜੇ ਬੱਚੇ ਨੇ ਅੱਜ ਪਤਿਤ ਹੋ ਰਹੇ ਨੇ। ਮੈਂ ਇਹ ਮਾਣ ਨਾਲ ਗੱਲ ਕਹਿੰਦੀ ਹਾਂ ਇਸ ਮੀਡੀਆ ਦੇ ਉੱਪਰ ਕਿ ਮੈਂ ਜੰਮੂ ਕਸ਼ਮੀਰ ਰਹੀ ਹਾਂ, ਉੱਥੇ ਸਿੱਖੀ ਪੂਰਨ ਤੌਰ ਦੇ ਉੱਪਰ ਤੁਹਾਨੂੰ ਗੁਰਸਿੱਖੀ ਦੇ ਜੀਵਨ ਮਿਲੇਗਾ। ਪਿਛਲੇ ਮਹੀਨੇ ਹੀ ਮੈਂ ਕਸ਼ਮੀਰ ਟ੍ਰਿਪ ਲਗਾ ਕੇ ਆਈ ਹਾਂ, ਪ੍ਰਚਾਰਕ ਦੌਰਾ ਵੀ ਸੀ। ਇੰਨੀ ਖੁਸ਼ੀ ਹੋਈ, ਇੰਨੀ ਵਾਰਮ ਵੈਲਕਮ ਕੀਤਾ ਉਹਨਾਂ ਨੇ। ਉਹਨਾਂ ਨੂੰ ਇਹ ਸਮਝਣਾ ਹੋਵੇ ਕਿ ਅਸੀਂ ਕਰੀਏ ਕਿ ਏਅਰਪੋਰਟ ਤੋਂ ਲੈ ਕੇ ਦੂਸਰੀ ਵਾਰੀ ਛੱਡਣ ਤੱਕ ਉਹਨਾਂ ਨੇ ਸਾਡਾ ਕੀ ਦੇਖਿਆ। ਇਹਨਾਂ ਨੇ ਸਾਡਾ ਜੀਵਨ, ਪ੍ਰਚਾਰ ਤੇ ਜੋ ਅਸੀਂ ਗੱਲ ਕੀਤੀ ਉਸ ਦੀ, ਪਰ ਜਦੋਂ ਉਹ ਉਸ ਦਾ ਦੂਸਰਾ ਪੱਖ ਦੇਖਦੇ ਨੇ, ਸਾਡੇ ਬੱਚੇ ਉੱਧਰ ਜਾ ਕੇ ਅੱਗੇ ਪਿੱਛੇ ਜਦੋਂ ਵਿਚਰਦੇ ਨੇ ਪੰਜਾਬ ਦੇ, ਖਾਸ ਕਰ ਬਾਹਰ ਜਾ ਕੇ, ਉਹਨਾਂ ਨੂੰ ਬਹੁਤ ਨਿਰਾਸ਼ਤਾ ਹੁੰਦੀ ਹੈ ਕਿ ਗੁਰੂਆਂ ਦੀ ਧਰਤੀ ਦੇ ਉੱਪਰ ਇਸ ਤਰ੍ਹਾਂ ਦਾ ਜਦੋਂ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ, ਪਤਿਤਪਨਾ ਚੱਲ ਰਿਹਾ, ਭਰੂਣ ਹੱਤਿਆ 'ਚ ਅਸੀਂ ਸਭ ਤੋਂ ਅੱਗੇ ਹੋ ਗਏ ਹਾਂ। ਸਾਡੀ ਜਨਰੇਸ਼ਨ ਜਿਹੜੀ ਹੈ, ਰੇਸ਼ੋ ਬੀਬੀਆਂ ਬੱਚੀਆਂ ਦੀ ਤੇ ਬੱਚਿਆਂ ਦੀ, ਮੁੰਡਿਆਂ ਦੀ ਬਹੁਤ ਘੱਟ ਹੈ ਸਾਰੀਆਂ ਸਟੇਟਾਂ ਤੋਂ। ਇਹ ਸਾਰੇ ਕਾਰਨ ਅਸੀਂ ਆਪ ਹੀ ਕ੍ਰੀਏਟ ਕੀਤੇ ਹੋਏ ਨੇ। ਅਸੀਂ ਅੱਜ ਹੀ ਸੋਨੋਗ੍ਰਾਫੀ ਕਰਾ ਕੇ ਭਰੂਣ ਹੱਤਿਆ ਵਿੱਚ ਬੀਬੀਆਂ ਹੀ ਅੱਗੇ ਹੋ ਜਾਂਦੀਆਂ ਨੇ, ਚਾਹੇ ਉਹ ਸੱਸ ਹੁੰਦੀ ਹੈ, ਚਾਹੇ ਉਹ ਮਾਂ ਹੁੰਦੀ ਹੈ। ਤੇ ਅੱਜ ਅਸੀਂ ਬੱਚੀ ਨੂੰ ਜਨਮ ਲੈਣਾ ਵੀ ਇੱਕ ਨਾ ਹੱਕ ਸਮਝਦੇ ਹਾਂ। ਕਿੱਥੇ ਅਸੀਂ ਗੁਰੂ ਸਾਹਿਬ ਦੇ ਅਸੂਲਾਂ ਤੇ ਚੱਲਾਂਗੇ? ਕਦੋਂ ਚੱਲਾਂਗੇ? ਜਿਨ੍ਹਾਂ ਨੇ ਸਾਨੂੰ ਤੇ ਇਹ ਹੋਕਾ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਹੁਣੇ ਹੀ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਮਨਾ ਕੇ ਆਏ ਹਾਂ। ਰੋਪੜ ਦਾ ਸ਼ਾਹੂਕਾਰ ਰਾਮ ਸਿੰਘ ਜਦੋਂ ਮੱਥਾ ਟੇਕਣ ਆਇਆ, ਕੁੜੀਆਂ ਨੂੰ ਜੰਮਦੇ ਮਾਰ ਦਿੰਦਾ ਸੀ। ਗੁਰੂ ਸਾਹਿਬ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਆਇਆ ਸੀ। ਗੁਰੂ ਸਾਹਿਬ ਨੇ ਕਿਹਾ ਇਸ ਨੂੰ ਇੱਥੇ ਬੈਠਣ ਨਹੀਂ ਦੇਣਾ, ਇਹ ਗੁਰੂ ਨਾਨਕ ਦਾ ਘਰ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਦਾ ਹੋਕਾ ਦਿੰਦਾ ਹੈ। ਮਾਫੀ ਮੰਗੀ ਤੇ ਹਮੇਸ਼ਾ ਵਾਸਤੇ ਇਸ ਕੋੜ ਤੋਂ ਦੂਰ ਹੋ ਗਿਆ। ਅੱਜ ਸਾਨੂੰ ਵੀ ਆਪਣੇ ਪੰਜਾਬ ਦੇ ਵਿੱਚ, ਆਪਣੇ ਆਸ-ਪਾਸ ਸਮਾਜ ਦੇ ਵਿੱਚ ਇਹਨਾਂ ਕੁਰੀਤੀਆਂ ਨੂੰ ਘਰ ਤੋਂ ਹੀ ਜਦੋਂ ਅਸੀਂ ਗੁਰਮਤਿ ਦੀ ਸੋਝੀ ਲਵਾਂਗੇ, ਸਮਝਾਂਗੇ ਤੇ ਉਸ 'ਤੇ ਚੱਲਣ ਦਾ ਪ੍ਰਣ ਕਰਾਂਗੇ, ਤਾਂ ਭੈਣ ਜੀ ਇਹ ਗੱਲ ਬਣੇਗੀ, ਤਾਂ ਅਸੀਂ ਸੁਧਾਰ ਕਰ ਸਕਦੇ ਹਾਂ। ਸਭ ਤੋਂ ਪਹਿਲਾ ਰੋਲ ਹੁੰਦਾ ਮਾਂ ਦਾ। ਮਾਂ ਇੱਕ ਟੀਚਰ ਹੈ। ਇੱਕ ਸਿੰਗਲ ਮਾਂ 100 ਟੀਚਰ ਦਾ ਕੰਮ ਕਰਦੀ ਹੈ। ਜਦੋਂ ਮਾਂ ਆਪ ਅੰਮ੍ਰਿਤਧਾਰੀ, ਬਾਣੀ ਤੇ ਬਾਣੀ ਨਾਲ ਜੁੜੀ ਹੋਏਗੀ, ਗੁਰੂ ਘਰ ਦੀ ਪ੍ਰੇਮੀ ਹੋਏਗੀ, ਬੱਚਿਆਂ ਨੂੰ ਨਾਲ ਉਂਗਲ ਲਾ ਕੇ ਗੁਰਦੁਆਰੇ ਲੈ ਕੇ ਜਾਏਗੀ, ਕੀਰਤਨ ਸਿਖਾਏਗੀ, ਰਾਤ ਨੂੰ ਸੌਣ ਉੱਠਣ ਵੇਲੇ ਗੁਰੂ ਦੀ ਮੱਤ, ਗੁਰੂ ਦੀਆਂ ਸਾਖੀਆਂ, ਗੁਰੂ ਇਤਿਹਾਸ ਸਾਂਝਾ ਕਰੇਗੀ, ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਉਸ ਪਰਿਵਾਰ ਦੇ ਬੱਚੇ ਕਦੇ ਵੀ ਪਤਿਤਪਨੇ ਤੇ ਸ਼ਿਕਾਰ ਨਹੀਂ ਹੋਣਗੇ। ਇੱਕ ਸਵਾਲ ਹੁਣ ਜੋ ਮੇਰੇ ਮਨ ਵਿੱਚ ਆਇਆ ਹੈ, ਬੜੇ ਹੀ ਉੱਤਮ ਖਿਆਲ ਨੇ ਆਪ ਜੀ ਦੇ, ਔਰ ਆਪ ਜੀ ਦਾ ਐਕਸਪੀਰੀਅੰਸ ਬਹੁਤ ਹੈ, ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਸਕਦਾ ਹੈ ਆਪ ਜੀ ਤੋਂ। ਭਰੂਣ ਹੱਤਿਆ ਜੋ ਹੈ, ਮੈਂ ਇਹ ਸੋਚਦੀ ਹਾਂ ਕਿ ਉਸ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਬਣ ਕੇ ਖੜੀ ਹੁੰਦੀ ਹੈ। ਅਸੀਂ ਇਸ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ? ਇਸ ਵਿੱਚ ਪਹਿਲ ਕਦਮੀ ਕੌਣ ਕਰੇ ਕਿ ਇਸ ਮੰਦੇ ਕਾਰਜ ਨੂੰ ਰੋਕਿਆ ਜਾ ਸਕੇ? ਬੀਬੀ ਹੀ ਇਸ ਨੂੰ ਕਰ ਸਕਦੀ ਹੈ। ਇੱਕ ਬੀਬੀ ਜਦੋਂ ਆਪ ਸੈਲਫ, ਅੱਜ ਸਮਾਜ ਦੇ ਵਿੱਚ ਇਹ ਹੁੰਦਾ ਹੈ ਕਿ ਬੱਚੀ ਹੁੰਦੀ ਉਸ ਨੂੰ ਵਿਆਹ ਕਰਨਾ ਪੈਂਦਾ, ਉਸ ਨੂੰ ਦਹੇਜ ਦੇਣਾ ਪੈਂਦਾ। ਦਹੇਜ ਕੀ ਹੈ? ਬੱਚੇ ਦੇ ਚੰਗੇ ਸੰਸਕਾਰ, ਉਸ ਨੂੰ ਦਿੱਤੀ ਹੋਈ ਐਜੂਕੇਸ਼ਨ,
ਤੇ ਉਸ ਨੂੰ ਪੈਰਾਂ ਤੇ ਜਦੋਂ ਬੱਚਾ ਸਟੈਂਡ ਹੋ ਜਾਂਦਾ, ਚਾਹੇ ਉਹ ਬੱਚਾ ਹੋਵੇ ਅੱਜ ਬੱਚੀ ਹੋਵੇ, ਅੱਜ ਦੋਨੇ ਬਰਾਬਰ ਨੇ। ਅੱਜ ਬਿਲਕੁਲ ਮੈਂ ਤਾਂ ਇਹ ਕਹਾਂਗੀ ਨਹੀਂ ਬੱਚੀ ਤੇ ਬੱਚੇ ਵਿੱਚ ਫਰਕ ਹੈ, ਪਰ ਅੱਜ ਸਮਾਜ ਦੇ ਅਜੇ ਵੀ ਰੋਜ਼ ਅਸੀਂ ਪੜ੍ਹ ਲੈਂਦੇ ਹਾਂ ਵੀ ਧੀਆਂ ਦੁੱਖ ਵੰਡਾਉਂਦੀਆਂ ਨੇ ਤੇ ਪੁੱਤਰ ਜਾਇਦਾਦ ਵੰਡਾਉਂਦੇ ਨੇ। ਇਹ ਅੱਜ ਜਿੰਨੇ ਕਲਾ ਕਲੇਸ਼ ਅੱਜ ਆਪੋ ਤਾਪੀ ਹੈ, ਇਹ ਖਾਸ ਕਰ ਜਿਹੜੇ ਅਸੀਂ ਮੰਗ ਕੇ ਬੱਚੇ ਲੜਕੇ ਲਏ ਹੁੰਦੇ ਨੇ ਉਹਨਾਂ ਥਰੂ ਉਦੋਂ ਤਾਂ ਅਸੀਂ ਬੜਾ ਖੁਸ਼ ਹੋ ਕੇ ਲੈਂਦੇ ਹਾਂ, ਪਰ ਉਹੀ ਸਾਨੂੰ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ। ਅੱਜ ਬੀਬੀ ਨੂੰ ਅੱਗੇ ਆਉਣਾ ਪਵੇਗਾ, ਚਾਹੇ ਉਹ ਮਾਂ ਦੇ ਰੂਪ ਵਿੱਚ ਹੈ ਚਾਹੇ ਭੈਣ ਦੇ ਰੂਪ ਵਿੱਚ। ਆਪਣਾ ਸਟੇਟਸ ਆਪਣੀ ਥਾਂ ਅਸੀਂ ਆਪ ਬਣਾਵਾਂਗੇ, ਉਹ ਹੈ ਚੰਗੇ ਸੰਸਕਾਰ, ਚੰਗੀ ਵਿਦਿਆ, ਪੜ੍ਹਨਾ, ਅਰਨਿੰਗ। ਮਿਹਨਤ ਇੱਥੇ ਆ ਜਾਂਦੀ ਹੈ ਕਿ ਬੱਚੀ ਕਮਾਉਂਦੀ ਨੇ, ਅਸੀਂ ਕਮਾ ਕੇ ਜਦੋਂ ਅਸੀਂ ਆਪਣੀ ਬੱਚੀ ਨੂੰ ਪੈਰਾਂ 'ਤੇ ਸਟੈਂਡ ਕਰਾਂਗੇ ਫਿਰ ਤਾਂ ਕੋਈ ਐਸੀ ਗੱਲ ਹੀ ਨਹੀਂ ਕਿ ਅਸੀਂ ਦਹੇਜ ਦੇ ਲੋਭੀ ਹੋ ਜਾਵਾਂਗੇ। ਮੈਂ ਵੀ ਆਪਣੇ ਬੇਟੇ ਦੀ ਸ਼ਾਦੀ ਕੀਤੀ ਹੈ, ਸਿੰਗਲ ਪੈਨੀ ਨਹੀਂ ਲਈ, ਗੁਰਮਤ ਅਨੁਸਾਰ ਪਾਣੀ ਵਾਰ ਕੇ ਲੋਕੀ ਪੀਂਦੇ ਨੇ। ਬੱਚੀ ਆਈ ਘਰ ਵਿੱਚ, ਅਰਦਾਸ ਕਰਕੇ ਉਸ ਦੀ ਐਂਟਰਿੰਗ ਕੀਤੀ ਹੈ। ਬੱਚੇ ਨੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਲਾਲ ਪੱਗ ਨਹੀਂ ਬੰਨੀ, ਕੋਈ ਸ਼ਗਨ ਨਹੀਂ ਮਨਾਏ, ਕੋਈ ਪਾਣੀ ਨਹੀਂ ਵਾਰੇ, ਕੋਈ ਮਹਿੰਦੀਆਂ ਨਹੀਂ ਲਾਈਆਂ। ਇਹ ਇੱਕ ਬੀਬੀ ਜਦੋਂ ਜਾਗਰੂਕ ਹੋ ਜਾਏਗੀ ਗੁਰਮਤ ਤੋਂ, ਗੁਰੂ ਦੇ ਸਿਧਾਂਤਾਂ ਤੋਂ, ਰਹਿਤ ਮਰਿਆਦਾ ਤੋਂ, ਭੈਣ ਜੀ ਇਹ ਸਾਰੀਆਂ ਹੌਲੀ ਹੌਲੀ ਸਾਰੀਆਂ ਇਹ ਕੁਰੀਤੀਆਂ ਆਪਣੇ ਆਪ ਖਤਮ ਹੋ ਜਾਣਗੀਆਂ। ਬਸ਼ਰਤ ਹੈ ਕਿ ਬੀਬੀ ਜਾਗਰੂਕ ਹੋਏ, ਸਮਾਂ ਕੱਢੇ, ਇਤਿਹਾਸ ਪੜ੍ਹੇ, ਗੁਰਬਾਣੀ ਪੜ੍ਹੇ, ਪੜ੍ਹ ਕੇ ਆਪਣੇ ਜੀਵਨ ਵਿੱਚ ਢਾਲੇ, ਖਾਲੀ ਸੁਣੇ ਨਹੀਂ। ਆਪਣੇ ਜੀਵਨ, ਜਦੋਂ ਸਾਡੇ ਗੁਰਬਾਣੀ ਜੀਵਨ ਜਾਚ ਹੈ, ਵੇ ਆਫ ਲਾਈਫ ਹੈ, ਤੇ ਜਦੋਂ ਅਸੀਂ ਉਸ ਨੂੰ ਅਪਣਾਵਾਂਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਮਾਜ ਵਿੱਚ ਅੱਜ ਹੋਰ ਕੱਲ੍ਹ ਹੋਰ ਸੁਧਾਰ ਹੋਏਗਾ ਹੀ। ਪੋਜ਼ਿਟਿਵ ਥਿੰਕਿੰਗ ਆਪਾਂ ਲੈ ਕੇ ਚੱਲਾਂਗੇ, ਸਭ ਠੀਕ ਹੋਏਗਾ। ਪੋਜ਼ਿਟਿਵ ਥਿੰਕਿੰਗ ਲੈ ਕੇ ਚੱਲੀਏ ਤੇ ਸਮਾਜ ਵਿੱਚ ਸੁਧਾਰ ਹੋਣਾ ਲਾਜ਼ਮੀ ਹੈ। ਅੱਜ ਜੇ ਅਸੀਂ ਕਈ ਤਰ੍ਹਾਂ ਦੀਆਂ ਕੁਰੀਤੀਆਂ ਜੋ ਸਮਾਜ ਵਿੱਚ ਹੋ ਰਹੀਆਂ ਨੇ, ਜਾਂ ਜੇ ਅਸੀਂ ਸੋਚਦੇ ਹਾਂ ਕਿ ਅੱਜ ਦੀ ਔਰਤ ਤੇ ਕਈ ਤਰ੍ਹਾਂ ਦੇ ਪ੍ਰੈਸ਼ਰਸ ਨੇ, ਉਹ ਕਈ ਵਾਰੀ ਡਿਪਰੈਸਡ ਹੋ ਜਾਂਦੀ ਹੈ, ਪਰ ਅਸੀਂ ਉੱਥੇ ਇਹ ਵੀ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਬੀਬੀਆਂ ਕੋਲ, ਔਰਤਾਂ ਕੋਲ ਐਸੇ ਹੱਕ ਨੇ, ਉਹਨਾਂ ਨੂੰ ਐਸੀ ਥਾਂ ਪ੍ਰਾਪਤ ਹੋ ਚੁੱਕੀ ਹੈ ਜਿੱਥੇ ਉਹ ਮਰਦਾਂ ਦੇ ਨਾਲ ਬਿਲਕੁਲ ਉਸੇ ਸਟੇਟਸ ਤੇ, ਉਸੇ ਸਟਰਕਚਰ ਤੇ ਖੜੀਆਂ ਹੁੰਦੀਆਂ ਨੇ। ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਧਰਮ ਪ੍ਰਚਾਰ ਲਈ ਆਪ ਜੀ ਕਿੱਥੇ ਕਿੱਥੇ ਗਏ ਹੋ? ਕਸ਼ਮੀਰ ਤੋਂ ਲੈ ਕੇ ਸ਼ਿਮਲਾ, ਸਾਰਾ ਇੰਡੀਆ ਦੇ ਵਿੱਚ ਤਕਰੀਬਨ ਸਾਰੇ ਹੈ। ਪਾਕਿਸਤਾਨ ਵੀ ਮੈਂ ਜਾ ਕੇ ਆਈ ਹਾਂ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੇਰਾ ਲੈਕਚਰ ਹੋਇਆ ਸੀ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਆਉਂਦਾ ਹੈ ਮੈਨੂੰ ਜਗ੍ਹਾ ਦਾ। ਬਰੇਲੀ ਹੁਣੇ ਕਾਨਫਰੰਸ ਹੋਈ ਸੀ ਨੌਜਵਾਨ ਬੱਚੀਆਂ ਦੀ, ਟੀਨਏਜਰ ਦੀ ਤੇ ਫਿਰ ਮਦਰਸ ਦੀ, ਉੱਥੇ ਵੀ ਪਿਛਲੇ ਸਾਲ ਮੈਨੂੰ ਜਾਣ ਦਾ ਮੌਕਾ ਮਿਲਿਆ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਕਸ਼ਮੀਰ ਤੁਹਾਨੂੰ ਹੁਣੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬਹੁਤ ਅੱਛਾ ਪ੍ਰੋਗਰਾਮ ਸੀ। ਉਸ ਦਾ ਮੈਗਜ਼ੀਨ ਸਾਡਾ ਸਿੱਖ ਫੁਲਵਾੜੀ ਨਿਕਲਦਾ, ਉਸ ਦੇ ਵਿੱਚ ਅਸੀਂ ਆਪਣੀ ਸਰਕਲ ਦੀ ਰਿਪੋਰਟ ਦਿੰਦੇ ਹਾਂ। ਜਿੱਥੇ ਜਿੱਥੇ ਵੀ ਸਾਨੂੰ ਮਿਲਦਾ ਸਮਾਂ, ਜਿੱਥੇ ਆਫਰ ਆਉਂਦੀ ਹੈ, ਜਿੱਥੇ ਮੈਸੇਜ ਆਉਂਦਾ, ਉੱਥੇ ਵੈਲਕਮ ਕਰਕੇ ਅਸੀਂ ਜਾਂਦੇ ਹਾਂ। ਸਾਰੇ ਘਰ ਦੇ ਚਾਹੇ ਵਾਰੀ ਰੁਝੇਵੇਂ ਛੱਡਣੇ ਪੈਣ, ਅੱਗੇ ਪਿੱਛੇ ਕਰਨੇ ਪੈਣ, ਘਰੋਂ ਸਪੋਰਟ ਮਿਲਦੀ ਹੈ ਤੇ ਅਸੀਂ ਸਾਰੇ ਜਾਂਦੇ। ਆਪ ਜੀ ਦੇ ਆਪਣੇ ਬੱਚੇ ਕੀ ਕਰ ਰਹੇ ਨੇ ਇਸ ਵੇਲੇ? ਗੁਰੂ ਮਹਾਰਾਜ ਦੀ ਅਤੀ ਬਖਸ਼ਿਸ਼ ਹੈ। ਇਹ ਮੈਂ ਤੁਹਾਨੂੰ ਸੱਚ ਮੈਸੇਜ ਦੇਣਾ ਭੁੱਲ ਗਈ। ਜਦੋਂ ਅਸੀਂ ਸੱਚੀ ਸੁੱਚੀ ਗੁਰੂ ਨਾਨਕ ਸਾਹਿਬ ਜੀ ਦੀ ਦੱਸਿਆ ਪਹਿਲਾ ਨਿਯਮ ਸਿਧਾਂਤ, ਸੱਚੀ ਸੁੱਚੀ ਕਿਰਤ ਕਰਦੇ ਆ, ਕਿਉਂਕਿ ਅੰਨ ਹੀ ਬੱਚੇ ਦਾ ਮਨ ਮਨਾਉਂਦਾ ਹੈ। ਮੇਰੇ 2 ਬੱਚੇ ਹਨ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਦੋਨੇ ਇੰਜੀਨੀਅਰ ਹਨ। ਅੱਗੋਂ ਜਿਹੜੇ ਮੇਰੇ ਜਵਾਈ ਜੀ ਹਨ ਜਾਂ ਮੇਰੀ ਨੂੰਹ ਰਾਣੀ ਆ, ਉਹ ਵੀ ਸਾਰੇ ਇੰਜੀਨੀਅਰ ਹਨ। ਬੇਟੀ ਮੇਰੀ ਗ੍ਰੇਟਰ ਨੋਇਡਾ 'ਚ ਇਸ ਵਕਤ ਸੀਨੀਅਰ ਲੈਕਚਰਰ ਹੈ ਇੰਜੀਨੀਅਰਿੰਗ ਕਾਲਜ ਦੇ ਵਿੱਚ। ਉਸ ਦੀਆਂ 2 ਬੇਟੀਆਂ ਬਹੁਤ ਸੋਹਣਾ ਕੀਰਤਨ ਕਰਦੀਆਂ ਨੇ। ਪਰਿਵਾਰ ਪੂਰਾ ਗੁਰਸਿੱਖ ਹੈ। ਜਿਹੜੇ ਮੇਰੇ ਜਵਾਈ ਜੀ ਹਨ ਉਹ ਬਹੁਤ ਧਾਰਮਿਕ ਲੱਗਣ ਵਾਲੇ ਹਨ, ਉਹ ਵੀ ਇੱਕ ਪ੍ਰਚਾਰਕ ਦੇ ਤੌਰ 'ਤੇ ਉੱਪਰ ਵਿਚਰ ਰਹੇ ਹਨ। ਅਤੇ ਬੇਟਾ ਸਿੰਗਾਪੁਰ ਇਸ ਵਕਤ ਹੈ, ਉਹ ਵੀ ਗੁਰਮਤ ਦੇ ਨਾਲ ਜੁੜਿਆ ਅਤੇ ਪੂਰਨ ਅਸੀਂ ਕਹਿ ਦਿੰਦੇ ਹਾਂ ਬਾਹਰ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਨਹੀਂ, ਪਤਾ ਪੰਨਾ ਕੋਈ ਕਿਸੇ ਨੂੰ ਨਹੀਂ ਕਹਿੰਦਾ। ਜਦੋਂ ਮਾਂ ਬਾਪ ਨੇ ਸੰਸਕਾਰ ਬੱਚੇ ਵਿੱਚ ਬਾਏ ਬਰਥ ਹੀ ਇਨਪੁੱਟ ਕੀਤੇ ਹੁੰਦੇ ਹਨ ਅਤੇ ਬੱਚਾ ਜਿੱਥੇ ਮਰਜ਼ੀ ਜਾਏਗਾ ਉਹ ਨਾਲ ਜਾਣਗੇ। ਪੂਰਨ ਰੂਪ ਸਰੂਪ ਦੇ ਵਿੱਚ ਹਨ, ਉੱਥੇ ਜਾ ਕੇ ਵੀ ਉਹ ਬੱਚਿਆਂ ਦੀ ਕਲਾਸ ਲੈ ਰਿਹਾ ਬੇਟਾ।
ਛੋਟਾ ਤੇ ਬੱਚੀਆਂ ਤੇ ਬਹੁਤ ਸੋਹਣਾ। ਰਾਤੀ ਬੇਟੀ ਦੀ ਬੇਟੀ ਆਈ ਸੋ ਵੀ ਗੁਰਦੁਆਰਾ ਸਾਹਿਬ ਇੱਕੋ ਰਾਤ ਆਈ ਸੀ, 2 ਸ਼ਬਦ ਉੱਥੇ ਕੀਰਤਨ ਕਰਕੇ ਗਈ ਹੈ। ਇਹ ਸਾਰੀ ਵਾਹਿਗੁਰੂ ਦੀ ਕਿਰਪਾ। ਹੁਣ ਕਿਉਂਕਿ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਹੈ, ਜਾਂਦੇ ਜਾਂਦੇ ਕੋਈ ਇੱਕ ਮੈਸੇਜ ਜੋ ਆਪ ਜੀ ਅੱਜ ਦੀਆਂ ਬੀਬੀਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ। ਮੈਂ ਆਪਣੀਆਂ ਭੈਣਾਂ ਨੂੰ, ਬੀਬੀਆਂ ਨੂੰ, ਮਾਤਾਵਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ। ਬਾਬਾ ਫਰੀਦ ਜੀ ਦੀ ਇੱਕ ਪੰਕਤੀ ਹੈ, ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਅਸੀਂ ਬੀਬੀਆਂ ਆਪਣੇ ਬਾਣੀ ਤੇ ਬਾਣੇ ਨਾਲ ਜੁੜ ਕੇ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਆਪ ਪਹਿਲਾਂ ਸਵਾਰਾਂਗੇ, ਕਿਉਂਕਿ ਦੂਸਰੇ ਤੇ ਉਂਗਲ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ 3 ਉਂਗਲਾਂ ਸਾਡੇ ਵੱਲ ਆਪ ਆਉਂਦੀਆਂ ਨੇ। ਆਪ ਸਵਾਰਨਾ, ਆਪਣੇ ਆਪ ਗੁਣ ਛੋੜਨੇ ਨੇ ਤੇ ਗੁਣਾਂ ਨੂੰ ਗ੍ਰਹਿਣ ਕਰਨਾ। ਤੇ ਜਦੋਂ ਗੁਣ ਪ੍ਰੈਕਟੀਕਲ ਤੌਰ ਦੇ ਉੱਪਰ ਸਾਡੇ ਵਿੱਚ ਆ ਜਾਣਗੇ ਤੇ ਫਿਰ ਸਾਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਣੀ। ਇਸ ਕਰਕੇ ਆਪ ਜਪੋ, ਅਵਰਾ ਨਾਮ ਜਪਾਵੋ, ਜੀਵਨ ਗੁਰੂ ਦੇ ਧਾਰਨੀ ਹੋ ਕੇ ਬਾਣੀ ਤੇ ਬਾਣੀ ਦੇ ਨਾਲ ਜੁੜ ਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਕਰ ਸਕਦੇ ਹਾਂ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਤਾਂ ਹੀ ਹੋਵੇਗਾ ਜੇ ਅਸੀਂ ਇਸ ਜੀਵਨ ਦਾ ਮੂਲ ਜੋ ਕਾਰਨ ਹੈ ਸਾਡਾ ਇੱਥੇ ਆਉਣ ਦਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਨੂੰ ਸਮਝ ਜਾਈਏ। ਤੇ ਚਾਹੇ ਫਿਰ ਉਹ ਸਿੰਘ ਹੈ ਤੇ ਚਾਹੇ ਉਹ ਸਿੰਘਣੀ ਹੈ, ਨਿਯਮ ਅਸੂਲ ਗੁਰੂ ਦੇ ਹੁਕਮ ਸਭਨਾਂ ਲਈ ਸਾਂਝੇ ਤੇ ਇੱਕੋ ਜਿਹੇ ਹੀ ਵਰਤ ਰਹੇ ਨੇ। ਤੇ ਹੁਣ ਆਪ ਜੀ ਤੋਂ ਇਜਾਜ਼ਤ ਚਾਹਾਂਗੇ। ਬਹੁਤ ਖੂਬਸੂਰਤ ਤੇ ਬੜੇ ਹੀ ਕੀਮਤੀ ਵਿਚਾਰ ਆਪ ਜੀ ਤੱਕ ਪਹੁੰਚਾ ਰਹੇ ਸਨ ਬੀਬੀ ਹਮੀਰ ਕੌਰ ਜੀ। ਤੇ ਹੁਣ ਭੁੱਲਾਂ ਗਲਤੀਆਂ ਦੀ ਖਿਮਾ ਲੈਂਦੇ ਹੋਏ ਆਪ ਜੀ ਤੋਂ ਇਜਾਜ਼ਤ ਚਾਹਾਂਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।